हाँ जी बेटा, ਰੈਕਟੀਫਾਇਰ ਦੀ ਜਿਹਦੀ ਗੱਲ ਕਰਦੇ ਪਏ, ਕਹਿੰਦਾ ਰੈਕਟੀਫਾਇਰ ਚ ਅਸੀਂ ਕਿਹਾ ਸੀ ਜਿਹੜਾ ਫੁੱਲ ਵੇਵ ਰੈਕਟੀਫਾਇਰ ਆ ਉਹਦੀ ਆਊਟਪੁੱਟ ਜਿਹੜੀ ਆਏਗੀ ਉਹ ਚ ਏਸੀ ਅਸੀਂ ਕਹਿੰਦੇ ਜੀ ਡੀਸੀ ਚ ਕਨਵਰਟ ਹੋਗੀ। ਨਾਰਮਲੀ ਜਿਹਨੂੰ ਅਸੀਂ ਡੀਸੀ ਸਿਗਨਲ ਕਹਿੰਦੇ ਆ ਉਹ ਇਦਾਂ ਦਾ ਨਾ ਦਿਖਾ ਕੇ ਆਪਣੇ ਅਕੋਰਡਿੰਗਲੀ ਡੀਸੀ ਸਿਗਨਲ ਆ ਸਟ੍ਰੇਟ ਲਾਈਨ ਵਾਲਾ ਅਸੀਂ ਕਹਿੰਦੇ ਹੁੰਦੇ ਆ ਕਿ ਵੀ ਆ ਡੀਸੀ ਸਿਗਨਲ ਆ ਜੀ, ਜਿਹ ਚ ਕਰੰਟ ਜਾਂ ਵੋਲਟੇਜ ਜੋ ਵੀ ਸ਼ੋ ਆਫ ਕਰਦੇ ਪਏ ਇਹ ਟਾਈਮ ਦੇ ਨਾਲ ਕਾਂਸਟੈਂਟ ਰਹੇਗਾ। ਜਦਕਿ ਜਿਹੜੀ ਆਊਟਪੁੱਟ ਸਾਡੇ ਕੋਲ ਰੈਕਟੀਫਾਇਰ ਚੋਂ ਮਿਲਦੀ ਪਈ ਆ ਉਹ ਆਊਟਪੁੱਟ ਕੁਝ ਇਸ ਵੇ ਨਾਲ ਸਾਨੂੰ ਮਿਲਦੀ ਪਈ। ਇੰਨੀ ਗੱਲ ਕਲੀਅਰ ਹੋ ਰਹੀ? यस सर। यस सर। ਉਹ ਕਹਿੰਦਾ ਜੀ ਫਿਰ ਜੇ ਇਸ ਟਾਈਪ ਦੀ ਹੁਣ ਜੋ ਅੱਗੇ ਕਰਨ ਲੱਗਿਆ ਇਹ ਰੈਕਟੀਫਿਕੇਸ਼ਨ ਤੋਂ ਬਾਅਦ ਫਿਲਟਰੇਸ਼ਨ ਆ। ਫਿਲਟਰੇਸ਼ਨ ਚ ਕੀ ਆਣਾ ਉਹ ਗੱਲ ਸਮਝ ਲਿਓ। ਉਹ ਕਹਿੰਦਾ ਜੀ ਤੁਸੀਂ ਐਸਐਚਏ ਕੀਤਾ ਕਿ ਵੀ ਮੰਨ ਲਓ ਇੱਕ ਰੈਕਟੀਫਾਇਰ ਸੀਗਾ ਤੁਹਾਡੇ ਕੋਲ ਦਿੱਤਾ ਹੋਇਆ, ਤੁਸੀਂ ਉਸ ਰੈਕਟੀਫਾਇਰ ਨੂੰ ਇਨਪੁਟ ਸਪਲਾਈ ਜਿਹੜੀ ਸੀਗੀ ਉਹ ਏਸੀ ਦਿੱਤੀ। ਇਹਨੇ ਰੈਕਟੀਫਾਇਰ ਨੇ ਰੈਕਟੀਫਿਕੇਸ਼ਨ ਕਰਕੇ ਤੁਹਾਡੀ ਏਸੀ ਸਪਲਾਈ ਨੂੰ ਡੀਸੀ ਚ ਕਨਵਰਟ ਕਰਤਾ। यानी एसी मेरी इनपुट सीगी, रैक्टिफायर जिहदा पिछे असीं डायग्राम सारा पढ़ते पे हां, आ जिहड़ा आपां पढ़ के हटे हां, इस पूरे डिवाइस ने तुहाडे एसी नूं डीसी च बदल दिता। वो कहंदा जिहड़ा डीसी साडे कोल बदल के आया ना, डीसी सिग्नल जिहड़ा मिलिया पिया, ठीक है, वो कुछ इस वे नाल मिलदा पिया। ਅਸੀਂ ਫਿਰ ਫਰਦਰ ਕੀ ਕਰਦੇ ਹਾਂ ਕਿ ਜੇ ਇਹਨੂੰ ਅਸੀਂ ਕਾਂਸਟੈਂਟ ਵੋਲਟੇਜ ਵਾਲੇ ਸਿਗਨਲ ਚ ਕਨਵਰਟ ਕਰਨਾ ਤੇ ਇਸ ਤੋਂ ਬਾਅਦ ਅਸੀਂ ਡੀਸੀ ਜਿਹੜੀ ਰੈਕਟੀਫਾਈਡ ਆਊਟਪੁੱਟ ਆਈ ਆ ਉਹਨੂੰ ਇੱਕ ਫਿਲਟਰ ਸਰਕਟ ਚ ਭੇਜ ਦਾਂਗੇ। ਇਹਨੂੰ ਇੱਕ ਫਿਲਟਰ ਸਰਕਟ ਦੇ ਅੰਦਰ ਕਹਿੰਦਾ ਜੀ ਸੈਂਡ ਕਰ ਦਾਂਗਾ। ਫਿਲਟਰ ਸਰਕਟ ਚ ਨਿਕਲਣ ਤੋਂ ਬਾਅਦ ਜਿਹੜੀ ਫਾਈਨਲ ਮੇਰੀ ਐਸਐਚ ਇਸ ਲੋਡ ਰੈਜ਼ਿਸਟੈਂਸ ਦੇ ਕ੍ਰਾਸ ਆਊਟਪੁੱਟ ਆਏਗੀ, ठीक है, ਇਹਨੂੰ ਅਸੀਂ ਮੰਨ ਲੈਂਦੇ ਇਹ ਮੇਰੀ ਫਿਲਟਰ, ਇਹਦਾ ਲਿਖ ਦਿੰਦੇ ਇਹਨੂੰ ਫਿਲਟਰਡ ਡੀਸੀ ਆਊਟਪੁੱਟ ਆਏਗੀ। ਉਹ ਕਹਿੰਦਾ ਜਿਹੜੀ ਫਿਲਟਰਡ ਡੀਸੀ ਆਊਟਪੁੱਟ ਹੈ ਨਾ ਉਹ ਆਹ ਵਾਲੀ ਹੋਏਗੀ ਜਿਹੜੀ ਅਸੀਂ ਸਟ੍ਰੇਟ ਲਾਈਨ ਨਾਲ ਦਿਖਾਣੇ ਪਏ। ਇਹਦਾ ਮਤਲਬ ਹੁਣ ਜੋ ਅੱਗਿਓਂ ਕਰਨ ਲੱਗੇ ਹੋ ਉਹ ਆਹ ਚੀਜ਼ ਆ ਕਿ ਵੀ ਇਸ ਟਾਈਪ ਦੇ ਸਿਗਨਲ ਨੂੰ ਇਸ ਟਾਈਪ ਚ ਕਨਵਰਟ ਕਿਹੜੇ ਵੇ ਨਾ ਕਰੀ। ਉਹਦੇ ਲਈ ਉਹਨੇ ਆਪਾਂ ਨੂੰ ਇਹ ਕਿਹਾ ਕਿ ਵੀ ਆਪਣੇ ਕੋਲ ਡਿਫਰੈਂਟ ਟਾਈਪ ਦੇ ਫਿਲਟਰ ਸਰਕਟ ਹੁੰਦੇ ਆ, ਉਹਨਾਂ ਚ ਕੁਝ ਨਾਮ ਲੈ ਰਹੇ ਆ, ਆਲਰੇਡੀ ਆਪਾਂ ਇਸ ਚੀਜ਼ ਨੂੰ ਪੜਿਆ ਹੋਇਆ। ਇੱਕ ਅਸੀਂ ਕਹਿੰਦੇ ਇੰਡਕਟਰ ਫਿਲਟਰ, ਇੱਕ ਇੰਡਕਟਰ ਜਿਹੜਾ ਉਹ ਫਿਲਟਰ ਦਾ ਕੰਮ ਕਰਦਾ, ਇੱਕ ਕੈਪੈਸੀਟਰ ਉਹ ਫਿਲਟਰ ਦਾ ਕੰਮ ਕਰਦਾ। ਇਸੇ ਤਰ੍ਹਾਂ ਅਸੀਂ ਨਾਮ ਦੇ ਦਿੰਦੇ ਇਹਨਾਂ ਦੋਨਾਂ ਦੇ ਕੰਬੀਨੇਸ਼ਨ ਆ ਇੰਡਕਟਰ ਕੈਪੈਸਿਟਰ ਦੇ, ਪਾਈ ਫਿਲਟਰ ਸਰਕਟ ਬਣ ਜਾਂਦੇ ਆ। ਬੇਸਿਕਲੀ ਸਰਕਟ ਕੀ ਕਰਦੇ ਪਏ ਆ, ਅਸੀਂ ਇੰਨੀ ਗੱਲ ਕਹਿੰਦੇ ਆਪਾਂ ਆ ਚੀਜ਼ ਪੜ੍ਹੀ ਆ, ਐਕਸਐਲ ਦਾ ਇੱਕ ਫਾਰਮੂਲਾ ਪੜਿਆ 2 ਪਾਈ ਨਿਊ ਐਲ, XC ਦਾ ਫਾਰਮੂਲਾ ਪੜਿਆ 1/2 ਪਾਈ ਨਿਊ ਸੀ। ਇਹਨਾਂ ਦੋਨਾਂ ਦੇ ਅਕੋਰਡਿੰਗਲੀ ਚੱਲੀਏ ਤੇ XL ਜਿਹੜਾ ਵਾ ਉਹ ਡਾਇਰੈਕਟਲੀ ਟੂ ਫ੍ਰੀਕੁਐਂਸੀ ਆ ਤੇ XC ਇਨਵਰਸਲੀ ਟੂ ਫ੍ਰੀਕੁਐਂਸੀ ਆ। क्या ਇੰਨੀ ਗੱਲ ਸਮਝ ਲੱਗਦੀ ਪਈ? यस सर। यस सर। यस सर। ਉਹ ਕਹਿੰਦਾ ਜੀ ਇਹਦੇ ਅਕੋਰਡਿੰਗਲੀ ਜੇ ਆਪਾਂ ਚੱਲੀਏ ਤੇ ਆਪਣੇ ਕੋਲ ਜਿਹੜੇ ਸਿਗਨਲ ਨੇ ਹਨਾ ਉਹ ਅਸੀਂ ਦੋ ਤਰ੍ਹਾਂ ਦੇ ਕਹਿੰਦੇ ਆ। ਇੱਕ ਅਸੀਂ ਕਹਿੰਦੇ ਕਿ ਵੀ ਫਲਕਚੁਏਟਿੰਗ ਵੋਲਟੇਜ ਆ ਤੇ ਇੱਕ ਅਸੀਂ ਕਹਿੰਦੇ ਕਾਂਸਟੈਂਟ ਵੈਲਿਊ ਆ। ਤੇ ਇਹਨੂੰ ਅਸੀਂ ਇਦਾਂ ਕਹਿ ਦਿੰਦੇ ਹਾਈ ਫ੍ਰੀਕੁਐਂਸੀ ਸਿਗਨਲ ਆ ਤੇ ਇੱਕ ਮੇਰਾ ਲੋ ਫ੍ਰੀਕੁਐਂਸੀ ਸਿਗਨਲ ਆ। ਉਹ ਕਹਿੰਦਾ ਜੀ ਹਾਈ ਫ੍ਰੀਕੁਐਂਸੀ ਤੇ ਲੋ ਫ੍ਰੀਕੁਐਂਸੀ ਹੈ ਨਾ, ਅਸੀਂ ਆਲਰੇਡੀ ਇਹ ਚੀਜ਼ ਪੜ੍ਹੀ ਆ ਕਿ ਵੀ ਜੇ ਮੰਨ ਲਓ ਮੇਰੇ ਕੋਲ ਕੈਪੈਸੀਟਰ ਜਿਹੜਾ ਵਾ, ਆਪਾਂ ਇਹਨੂੰ ਇਦਾਂ ਦਿਖਾ ਰਹੇ ਕਿ ਵੀ ਜੇ ਆ ਮੰਨ ਲਓ ਰੈਕਟੀਫਾਇਰ ਹੀ ਆ ਗਿਆ, ਇੱਥੇ ਵਾਪਸ ਉਹੀ ਲਿਖਦਾ ਪਿਆ ਕਿ ਵੀ ਇੱਥੇ ਰੈਕਟੀਫਿਕੇਸ਼ਨ ਹੋਈ ਆ ਇਨਪੁਟ ਸਿਗਨਲ ਦੀ, ਜੋ ਇਹਦੀ ਆਊਟਪੁੱਟ ਆਣੀ ਆ ਹਨਾ, ਜੇ ਮੈਂ ਉਹ ਆਊਟਪੁੱਟ ਇੱਕ ਇੰਡਕਟਰ ਕੁਆਇਲ ਚੋਂ ਕੱਢਾਂ ਫਿਰ ਲੋਡ ਰੈਜ਼ਿਸਟੈਂਸ ਕੋ ਭੇਜਾਂ, ਜੇ ਮੈਂ ਇੱਥੇ ਇੱਕ ਲੋਡ ਰੈਜ਼ਿਸਟੈਂਸ ਤੋਂ ਪਹਿਲਾਂ ਇੱਕ ਇੰਡਕਟਰ ਕੁਆਇਲ ਲਾ ਲਈ ਬੇਟਾ, ਤੇ ਪੁੱਤ ਇੰਡਕਟਰ ਕੁਆਇਲ ਦੀ ਆਹ ਪ੍ਰਾਪਰਟੀ ਜਿਹੜੀ ਲਿਖੀ ਕਿ ਐਕਸਐਲ ਡਾਇਰੈਕਟਲੀ ਟੂ ਫ੍ਰੀਕੁਐਂਸੀ, ਇਸ ਪ੍ਰਾਪਰਟੀ ਨੂੰ ਅਸੀਂ ਯੂਜ਼ ਕਰਨ ਲੱਗੇ ਕਿ ਇੰਡਕਟਰ ਕੁਆਇਲ ਕੀ ਕਰਦਾ ਕਿ ਜਿਹੜਾ ਕੋਈ ਲੋ ਫ੍ਰੀਕੁਐਂਸੀ ਸਿਗਨਲ ਆ, ਜਿਹੜਾ ਕਿ ਡੀਸੀ ਸਿਗਨਲ ਆ, ਡੀਸੀ ਸਿਗਨਲ ਨੂੰ ਲੋ ਫ੍ਰੀਕੁਐਂਸੀ ਕਹਿੰਦੇ ਹੋ, ਏਸੀ ਸਿਗਨਲ ਮੇਰੇ ਕੋਲ ਜਿਹੜਾ ਉਹ ਹਾਈ ਫ੍ਰੀਕੁਐਂਸੀ ਆ। ਉਹ ਕਹਿੰਦਾ ਜਦੋਂ ਲੋ ਫ੍ਰੀਕੁਐਂਸੀ ਸਿਗਨਲ ਹੈ ਨਾ, ਮੰਨ ਲਓ ਇਤੋਂ ਜਿਹੜਾ ਸਿਗਨਲ ਆ ਰਿਹਾ ਉਹ ਮਿਕਸਚਰ ਆ, ਉਹ ਚ ਏਸੀ ਕੰਪੋਨੈਂਟ ਵੀ ਹੈਗਾ ਤੇ ਡੀਸੀ ਵੀ ਹੈਗਾ। ਆਪਾਂ ਗੱਲ ਇੰਨੀ ਕੀਤੀ ਸੀਗੀ ਕਿ ਜਿਹੜਾ ਹਾਫ ਵੇਵ ਰੈਕਟੀਫਾਇਰ ਆ,
ਆ ਸਰਕਟ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ ਹਾਫ ਵੇਵ ਰੈਕਟੀਫਾਇਰ ਆ ਇਹ ਚ ਅਸੀਂ ਕਿਹਾ ਸੀ ਕਿ ਵੀ ਆਪਣੀ 50% AC ਜਿਹੜੀ ਸੀਗੀ ਉਹ DC ਚ ਬਦਲਦੀ ਆ ਤੇ 50% AC ਸਪਲਾਈ DC ਚ ਕਨਵਰਟ ਨਹੀਂ ਹੁੰਦੀ, ਯਾਨੀ ਆਊਟਪੁੱਟ ਦੇ ਵਿੱਚ ਮੇਰੀ 50% ਜਿਹੜੀ ਆ ਉਹ DC ਸਿਗਨਲ ਆ ਤੇ 50% AC ਆ। ਫਿਰ ਅੱਗੇ ਆਪਾਂ ਇਹ ਵੀ ਗੱਲ ਕਹੀ ਸੀ ਕਿ ਜੇ ਇਹ ਡਿਵਾਈਸ ਆਈਡੀਅਲ ਨਹੀਂ ਹੋਵੇ ਹਨਾ ਤੇ ਆਊਟਪੁੱਟ ਦੇ ਵਿੱਚ ਜਿਹੜਾ 50% AC DC ਚ ਬਦਲਣੀ ਉਹ 50% ਵੀ ਨਹੀਂ ਬਦਲਦੀ, ਉਸ ਤੋਂ ਵੀ ਘੱਟ ਬਦਲਦੀ। ਇਹ ਮਤਲਬ ਆਊਟਪੁੱਟ ਦੇ ਅੰਦਰ AC ਕੰਪੋਨੈਂਟ ਜ਼ਿਆਦਾ ਹੋਏਗਾ ਐਜ਼ ਕੰਪੇਅਰ ਟੂ DC ਕੰਪੋਨੈਂਟ। ਕਲੀਅਰ ਆ ਗੱਲ? ਸਰ ਇੱਕ ਮਿੰਟ Yes, ਦੁਬਾਰਾ sir. ਅਸੀਂ ਇਹ ਕਿਹਾ ਕਿ ਵੀ ਜਿਹੜਾ AC ਸਿਗਨਲ ਆ ਜਦੋਂ ਇਹਨੂੰ ਅਸੀਂ ਰੈਕਟੀਫਾਈ ਕਰਦੇ ਹਾਂ ਸਿੰਗਲ ਡਾਇਓਡ ਨਾਲ, ਜਿਹਨੂੰ ਅਸੀਂ ਕਹਿੰਦੇ ਹਾਫ ਵੇਵ ਰੈਕਟੀਫਾਇਰ, ਇਹ ਅੱਧੀ ਵੇਵ ਜਿਹੜੀ ਆ ਇੱਕ ਵਾਰੀ ਇਹ ਫਾਰਵਰਡ ਬਾਇਸ ਜਦੋਂ ਹੋ ਜਾਣਾ ਤੇ ਇਹਨੇ ਆ ਇਨਪੁਟ ਸਿਗਨਲ ਆਪਣੇ ਚੋਂ ਲੰਘਣ ਦੇ ਦੇਣਾ, ਦੂਜੀ ਵਾਰੀ ਇਹ ਰਿਵਰਸ ਬਾਇਸ ਹੋ ਜਾਣਾ ਤੇ ਇਹਨੇ ਸਪਲਾਈ ਰੋਕ ਲੈਣੀ, ਫਿਰ ਇਹਨੇ ਫਾਰਵਰਡ ਹੋਣਾ, ਫਿਰ ਸਪਲਾਈ ਨਿਕਲਣ ਦੇ ਦੇਣੀ, ਰਿਵਰਸ ਹੋਇਆ ਫਿਰ ਰੋਕ ਲੈਣੀ। ਯਾਨੀ ਇਹ 50% AC ਜਿਹੜੀ ਆ ਉਹ DC ਚ ਬਦਲਦੀ ਨਹੀਂ, ਉਹ AC ਦੀ AC ਰਹਿ ਗਈ ਤੇ 50% ਅਸੀਂ ਮੰਨਿਆ ਜੀ DC ਜਿਹੜੀ ਆ ਉਹ ਪ੍ਰੋਡਿਊਸ ਹੋਈ ਆ। ਪਰ ਉਹ ਚ ਵੀ ਅੱਗੇ ਅਸੀਂ ਇਹ ਗੱਲ ਕਹਿਤੀ ਕਿ ਵੀ ਜਿਹੜੀ DC ਪ੍ਰੋਡਿਊਸ ਹੁੰਦੀ ਪਈ ਆ ਹਨਾ ਉਹ ਜਿਹੜੇ ਡਾਇਓਡ ਨਾਲ ਪ੍ਰੋਡਿਊਸ ਕਰਦੇ ਉਹ ਆਈਡੀਅਲ ਨਹੀਂ ਹੈਗਾ। ਆਈਡੀਅਲ ਨਹੀਂ ਦਾ ਮਤਲਬ ਇਹ ਆ ਕਿ ਵੀ ਇਹਦੇ ਵਿੱਚੋਂ ਵੀ 50% ਚੋਂ ਕੁਝ AC ਕੰਪੋਨੈਂਟ ਆਂਦਾ ਪਿਆ, ਜਿਹਦੇ ਕਰਕੇ ਆਊਟਪੁੱਟ ਦੇ ਵਿੱਚ ਮੇਰੇ ਕੋਲ AC ਕੰਪੋਨੈਂਟ ਜਿਹੜਾ ਉਹ DC ਕੰਪੋਨੈਂਟ ਨਾਲੋਂ ਜ਼ਿਆਦਾ ਹੋਏਗਾ। ਇੰਨੀ ਗੱਲ ਕਲੀਅਰ? ਯੈਸ ਸਰ। Yes, sir. ਹੁਣ ਜਦੋਂ ਫੁੱਲ ਵੇਵ ਰੈਕਟੀਫਾਇਰ ਆ ਉਹ ਚ ਅਸੀਂ ਇਹ ਕਹਿਤਾ ਕਿ ਵੀ ਤੁਹਾਡੇ ਕੋਲ AC ਕੰਪਲੀਟ DC ਚ ਬਦਲੀ, ਉਹ ਕਹਿੰਦਾ AC ਕੰਪਲੀਟ DC ਚ ਵੀ ਨਹੀਂ ਬਦਲਣੀ, ਇਹ ਚ ਵੀ AC ਕੰਪਲੀਟ DC ਚ ਕਨਵਰਟ ਨਹੀਂ ਹੋਣੀ, ਠੀਕ ਹੈ ਨਾ, ਕਿਉਂਕਿ ਡਾਇਓਡ ਆਈਡੀਅਲ ਨਹੀਂ, ਇਸ ਲਈ ਇਹਦੇ ਵਿੱਚ ਵੀ ਅਸੀਂ ਮੰਨਦੇ 80% ਇਹਦੀ ਐਫੀਸ਼ੀਐਂਸੀ ਆ ਜਿਹੜਾ AC ਨੂੰ DC ਬਣਾਉਂਦਾ। ਇਮਲ ਇਸ ਦੇ ਆਊਟਪੁੱਟ ਦੇ ਵਿੱਚ ਵੀ ਹਜੇ 20% AC ਕੰਪੋਨੈਂਟ ਆ ਤੇ 80% DC ਆ। ਇੰਨੀ ਗੱਲ ਕਲੀਅਰ ਆ? Yes, sir. ਉਹ ਕਹਿੰਦਾ ਜੀ ਫਿਰ ਜਦੋਂ ਇਸ ਟਾਈਪ ਦੀ ਹਾਫ ਵੇਵ ਜਾਂ ਫੁੱਲ ਵੇਵ ਕੋਈ ਰੈਕਟੀਫਾਇਰ ਦੀ ਆਊਟਪੁੱਟ ਲਵਾਂ ਉਹ ਚ AC ਤੇ DC ਦੋਨੋਂ ਮਿਕਸਚਰ ਫਾਰਮ ਚ, ਜੇ ਉਹ ਮਿਕਸਚਰ ਫਾਰਮ ਚ ਹੈਗਾ ਜਦੋਂ ਉਸ ਮਿਕਸਚਰ ਨੂੰ ਤੁਸੀਂ ਇਸ ਇੰਡਕਟਰ ਕੁਆਇਲ ਦੇ ਥਰੂ ਪਾਸ ਕਰਦੇ ਹੋ ਤੇ ਇੰਡਕਟਰ ਕੁਆਇਲ ਜਿਹੜਾ ਵਾ ਨਾ ਇਹ ਫਿਲਟਰ ਦਾ ਕੰਮ ਕਰਦਾ। ਇਹਦੀ ਪ੍ਰੋਪਰਟੀ ਆ ਕਿ ਵੀ ਇਹਦੀ SH XL ਆ ਗਈ ਇੰਡਕਟਰ ਦੀ ਰੈਜ਼ਿਸਟੈਂਸ, ਇੰਡਕਟਰ ਦੀ ਰੈਜ਼ਿਸਟੈਂਸ ਫ੍ਰੀਕੁਐਂਸੀ ਦੇ ਡਾਇਰੈਕਟ ਪ੍ਰੋਪੋਰਸ਼ਨਲ ਆ। ਇਹਦਾ ਮਤਲਬ ਹੋ ਗਿਆ ਜੇ ਲੋ ਫ੍ਰੀਕੁਐਂਸੀ ਯਾਨੀ DC ਸਿਗਨਲ ਇਹਦੇ ਵਿੱਚੋਂ ਨਿਕਲੂਗਾ ਤੇ ਇਹਨੇ DC ਸਿਗਨਲ ਲਈ ਆਪਣੀ ਰੈਜ਼ਿਸਟੈਂਸ ਘਟਾ ਲੈਣੀ ਆ, ਯਾਨੀ DC ਸਿਗਨਲ ਨੂੰ ਇਹਨੇ ਅਲਾਉ ਕਰ ਦੇਣਾ। ਪਰ AC ਸਿਗਨਲ ਲਈ ਹਾਈ ਫ੍ਰੀਕੁਐਂਸੀ ਹੋਣ ਕਰਕੇ ਇਹਦੀ ਰੈਜ਼ਿਸਟੈਂਸ ਵੱਧ ਜਾਣੀ, ਜਿਹਦਾ ਮਤਲਬ ਇਹਨੇ AC ਸਿਗਨਲ ਨੂੰ ਬਲੌਕ ਕਰਨਾ। ਇਹਦਾ ਮਤਲਬ ਜੇ ਰੈਕਟੀਫਾਇਰ ਦੇ ਵਿੱਚੋਂ ਤੁਹਾਡੇ ਕੋਲ ਕੁਝ ਪੋਰਸ਼ਨ AC ਆ ਵੀ ਗਿਆ ਤੇ ਜਦੋਂ ਉਹਨੂੰ ਅੱਗਿਓਂ ਇੰਡਕਟਰ ਕੁਆਇਲ ਚ ਪਾਸ ਕਰਾਂਗੇ ਨਾ ਤੇ ਇੰਡਕਟਰ ਕੁਆਇਲ ਇਸ ਕਹਿੰਦਾ ਜੀ ਮਿਕਸਚਰ ਦੇ ਵਿੱਚੋਂ AC ਨੂੰ ਬਲੌਕ ਕਰ ਲੈਂਦਾ ਤੇ DC ਨੂੰ ਸਿਰਫ ਅੱਗੇ ਅਲਾਉ ਕਰਦਾ। ਇਹਦਾ ਮੇਰੀ ਇਸ ਲੋਡ ਰੈਜ਼ਿਸਟੈਂਸ ਤੱਕ ਜਿਹੜੀ ਆਊਟਪੁੱਟ ਪਹੁੰਚੀ ਉਹ ਕੱਲੀ DC ਪਹੁੰਚੂ? ਯੈਸ ਸਰ। Yes, sir. Yes, sir. ਇਸ ਚੀਜ਼ ਨੂੰ ਅਸੀਂ ਕਹਿੰਦੇ ਇਹਦਾ ਮਤਲਬ ਇੰਡਕਟਰ ਕੁਆਇਲ ਜਿਹੜਾ ਇਹ ਫਿਲਟਰ ਦਾ ਕੰਮ ਕਰ ਰਹੇਗਾ ਮੇਰੇ ਲਈ, ਠੀਕ ਆ। ਇਦਾਂ ਹੀ ਜੇ ਮੰਨ ਲਓ ਮੈਂ ਇੱਥੇ ਇੱਕ ਕਪੈਸਿਟਰ ਲਾਇਆ ਹੁੰਦਾ, ਜਿਵੇਂ ਦੇ ਰਸਤੇ 'ਚ ਇੱਕ ਕਪੈਸਿਟਰ ਲਾ ਲਵਾਂ, ਹੁਣ ਕਪੈਸਿਟਰ ਦਾ ਕੀ ਰੋਲ ਆ? ਕਪੈਸਿਟਰ ਇਹਦੀ ਕਪੈਸਿਟਰ ਦੀ ਰੈਜ਼ਿਸਟੈਂਸ ਫ੍ਰੀਕੁਐਂਸੀ ਦੇ ਰੈਸੀਪ੍ਰੋਕਲ। ਇਹਦਾ ਮਤਲਬ ਜਦੋਂ ਇੱਥੋਂ ਮਿਕਸਚਰ ਆਇਆ ਲੋ ਤੇ ਹਾਈ ਫ੍ਰੀਕੁਐਂਸੀ ਦਾ, ਇਹਨੇ ਕਪੈਸਿਟਰ ਨੇ ਐਸ ਸੱਚ ਜਿਹੜਾ ਹਾਈ ਫ੍ਰੀਕੁਐਂਸੀ ਸਿਗਨਲ ਯਾਨੀ AC ਕਰੰਟ ਆ ਉਹਦੇ ਵਾਸਤੇ ਆਪਣੀ ਰੈਜ਼ਿਸਟੈਂਸ ਜਿਹੜੀ ਘਟਾ ਦੇਣੀ, ਯਾਨੀ AC ਕਰੰਟ ਨੂੰ ਇਹਨੇ ਬਾਈਪਾਸ ਕਰਕੇ ਆਪਣੇ ਵੱਲ ਆਉਣ ਦਾ ਰਸਤਾ ਦੇ ਦੇਣਾ, ਯਾਨੀ AC ਇਹਨੇ ਇੱਧਰ ਨੂੰ ਮੋੜ ਲਈ ਤੇ ਜਦੋਂ AC ਇਹਨੇ ਇੱਧਰ ਨੂੰ ਮੋੜ ਲਈ ਤੇ ਅੱਗੇ ਨਿਕਲਣ ਵਾਸਤੇ ਮੇਰੇ ਕੋਲ DC ਰਹਿ ਗਈ, ਠੀਕ ਹੈ ਜੀ। ਇਹਦਾ ਮਤਲਬ ਹੋ ਗਿਆ ਕਿ ਕੱਲਾ ਕਪੈਸਿਟਰ ਵੀ ਹੋਵੇ ਤੇ ਉਹ ਕੀ ਕਰਦਾ AC ਨੂੰ ਆਪਣੇ ਚ ਲੈ ਜਾਂਦਾ ਤੇ DC ਨੂੰ ਅਗਲੇ ਸਰਕਟ ਚ ਭੇਜ ਦਿੰਦਾ। ਇਹਦਾ ਮਤਲਬ ਮੈਨੂੰ ਇਸ ਲੋਡ ਰੈਜ਼ਿਸਟਰ ਚ DC ਫੇਰ ਮਿਲ ਜੂਗੀ। ਤੇ ਜੇ ਮੈਂ ਇਹ ਮੰਨਾਂ ਕਿ ਇਹ ਇੰਡਕਟਰ ਕਪੈਸਿਟਰ ਵੀ ਆਈਡੀਅਲ ਨਹੀਂ ਹੈਗੇ ਤੇ ਇਹਦਾ ਮਤਲਬ ਇਹ ਹੋਏਗਾ ਕਿ ਜਦੋਂ ਇੱਥੋਂ ਮਿਕਸਚਰ ਆਇਆ, ਮਿਕਸਚਰ ਦੇ ਵਿੱਚੋਂ ਤੁਸੀਂ ਇੱਥੇ ਜਦੋਂ ਕਪੈਸਿਟਰ ਕੋਲ ਉਹਨੂੰ ਭੇਜਿਆ ਮਿਕਸਚਰ ਨੂੰ, ਕਪੈਸਿਟਰ ਨੇ AC ਨੂੰ ਆਪਣੇ ਵੱਲ ਬੁਲਾ ਲਿਆ
यानी AC ना उन्हें अपने आप ਨੂੰ ਚਾਰਜ ਕਰ ਲਿਆ ਕੈਪੈਸਿਟਰ ਨੇ ਤੇ DC ਸਿਗਨਲ ਉਹਨੇ ਅੱਗੇ ਭੇਜ ਦਿੱਤਾ। ਤੇ ਜੇ ਇਹ ਮੰਨੀਏ ਕਿ ਇਹਦੇ ਵਿੱਚ ਵੀ ਹਜੇ ਹਨਾ ਪੂਰੀ ਤਰ੍ਹਾਂ DC ਨਹੀਂ, ਉਹ ਚ ਕੁਝ AC ਮਿਕਸ ਹੋ ਕੇ ਚਲੇ ਵੀ ਗਈ, ਤੇ ਇਸ ਇੰਡਕਟਰ ਕੋਇਲ ਨੇ ਅੱਗਿਓਂ ਕੀ ਕਰਨਾ, AC ਨੂੰ ਬਲੌਕ ਕਰਨਾ, DC ਨੂੰ ਫਿਰ ਇਹਨੇ ਨਿਕਲਣ ਦੇਣਾ। ਇਹ ਮਤਲਬ ਅੱਗੇ ਮੇਰੇ DC ਸਪਲਾਈ ਨਿਕਲ ਗਈ। ਤੇ ਜੇ ਮੰਨ ਲਵਾਂ ਹਜੇ ਵੀ ਇਹ ਚ ਕੁਝ ਮਿਕਸਚਰ ਆ, ਫਿਰ ਹੋਰ ਕੈਪੈਸਿਟਰ ਲਾ ਲੈਂਦੇ ਆਪਾਂ। ਠੀਕ ਹੈ ਜੀ, ਜਦੋਂ ਹੋਰ ਕੈਪੈਸਿਟਰ ਲਾ ਲਿਆ, ਕੈਪੈਸਿਟਰ ਨੇ ਫਿਰ ਕੀ ਕਰਨਾ, ਜਿਹੜਾ ਇੱਥੇ ਕੋਈ ਮਿਕਸਚਰ ਦੇ ਵਿੱਚ AC ਹੋਰ ਨਿਕਲ ਕੇ ਆਈ, ਉਹ AC ਨੂੰ ਨੇ ਇਧਰ ਨੂੰ ਰਸਤਾ ਦੇ ਦੇਣਾ, ਤੇ ਅੱਗੇ ਮੇਰੀ ਜਿਹੜੀ ਉਹ ਫਿਰ DC ਚਲੇਗੀ। ਇਹਦਾ ਮਤਲਬ ਆ ਨੰਬਰ ਆਫ ਸਟੈਪ ਦੇ ਅੰਦਰ, ਨੰਬਰ ਆਫ ਸਟੈਪਸ ਦੇ ਅੰਦਰ ਤੁਸੀਂ ਐਸ ਸੱਚ ਇਹਨਾਂ ਫਿਲਟਰ ਕੰਪੋਨੈਂਟ ਦੇ ਥਰੂ, ਇਹਨਾਂ ਫਿਲਟਰ ਸਰਕਟ ਦੇ ਥਰੂ AC ਨੂੰ ਐਸ ਸੱਚ ਕਹਿੰਦਾ ਜੀ ਜਿਹੜਾ AC ਕੰਪੋਨੈਂਟ ਨੂੰ ਰਿਡਿਊਸ ਕਰਦੇ ਜਾਓਗੇ ਆਊਟਪੁੱਟ 'ਚ, ਤੇ ਫਾਈਨਲੀ ਲੋਡ ਰੈਜ਼ਿਸਟੈਂਸ ਦੇ ਵਿੱਚ ਮੇਰੀ ਆਊਟਪੁੱਟ ਜਿਹੜੀ ਆ ਉਹ DC ਫਾਰਮ 'ਚ ਆ ਜਾਏਗੀ। ਤੇ ਇਹਨੂੰ ਗ੍ਰਾਫਿਕਲੀ ਅਸੀਂ ਇਦਾਂ ਦਿਖਾ ਦਿੰਨੇ ਕਿ ਵੀ ਤੁਹਾਡੇ ਕੋਲ ਜਿਹੜਾ ਐਸ ਸੱਚ ਇਸ ਟਾਈਪ ਦਾ ਜਿਹੜਾ ਵਾ ਉਹ ਆਊਟਪੁੱਟ ਜਿਹੜੀ ਮੇਰੇ ਕੋਲ ਜਨਰੇਟ ਹੋ ਜਾਣੀ। ਮਤਲਬ ਆ ਜਿਹੜਾ ਤੁਹਾਡੇ ਕੋਲ ਕੰਪੋਨੈਂਟ ਸੀਗਾ, ਜਿਹੜਾ ਆਪਾਂ ਇੱਥੇ ਇਦਾਂ ਦਿਖਾਉਂਦੇ ਪਏ ਸੀਗੇ ਕਿ ਵੀ ਆਹ ਪੋਰਸ਼ਨ ਬਣਦਾ ਪਿਆ ਨਾ, ਆ ਥੱਲੜਾ ਜਿਹੜਾ ਡਾਟਡ ਪਾਰਟ ਆ, ਆਹ ਡਾਟਡ ਪਾਰਟ ਜਿਹੜਾ ਹਾਈ ਫ੍ਰੀਕੁਐਂਸੀ ਵਾਲਾ ਕੰਪੋਨੈਂਟ ਆ, ਇਹ ਸਾਰਾ ਦਾ ਸਾਰਾ ਬਲੌਕ ਹੋ ਕੇ ਤੁਹਾਡੀ ਫਾਈਨਲ ਆਊਟਪੁੱਟ ਕੁਝ ਇਸ ਵੇ ਨਾਲ ਬਣ ਜਾਏਗੀ। ਤੇ ਜਦੋਂ ਹੋਰ ਅਸੀਂ ਇਹਦੀ ਫਿਲਟਰਿੰਗ ਕਰਦੇ ਜਾਈਏ ਤੇ ਫਿਰ ਉਹ ਕਹਿੰਦਾ ਜੀ ਫਾਈਨਲੀ ਆਊਟਪੁੱਟ ਕੁਝ ਮੇਰੀ ਇਸ ਵੇ ਨਾਲ ਸਟ੍ਰੇਟ ਲਾਈਨ ਫਾਰਮ 'ਚ ਆ ਜਾਂਦੀ ਹੈ। क्या इन्नी गल समझ लगी? Yes, sir. Yes, sir. Yes, sir. चलो मैं हुण कंक्लूड कर रहा। ठीक है जी, जेड़ा टॉपिक पढ़ते पे ठीक है वो अपने कोल सीगा फुल वेव ते हाफ वेव रेक्टिफायर। हाफ वेव रेक्टिफायर आ, ठीक है जी, इहने भी AC नू DC च बदलिया, ऑल्दो ये हाफ AC नू DC च बदलदा, हाफ AC ही रह जांदी। ਜਿਹੜਾ ਆਪਣੇ ਕੋਲ ਆਇਆ ਫੁੱਲ ਵੇਵ ਰੈਕਟੀਫਾਇਰ, ਉਹਦੇ ਵਿੱਚ ਅਸੀਂ ਮੰਨਿਆ 80% ਇਸ ਡਿਵਾਈਸ ਦੀ ਐਫੀਸ਼ੀਐਂਸੀ ਆ, ਯਾਨੀ 80% ਤੱਕ, 82% ਤੱਕ, 81.2 ਆ ਪੂਰੀ ਵੈਲਿਊ ਬੋਲਾਂ ਤੇ, ਉਹ ਕਹਿੰਦਾ ਜੀ 81% ਤੱਕ AC DC ਚ ਕਨਵਰਟ ਕਰਦਾ। ਪਰ ਫਾਈਨਲੀ ਜਿਹੜੀ ਮੇਰੇ ਕੋਲ AC ਤੋਂ DC ਕਨਵਰਟ ਹੋਈ ਆ ਹਨਾ, ਉਹਦੇ ਅੰਦਰ ਆ ਰਿਪਲਸ ਜਿਹੜੀਆਂ ਬਣਦੀਆਂ ਪਈਆਂ, ਜੇ ਮੈਂ ਇਹਨਾਂ ਰਿਪਲਸ ਨੂੰ ਖਤਮ ਕਰਨਾ, ਰਿਪਲ ਰਿਡਿਊਸ ਕਰਨੀ ਆ, ਤੇ ਅਸੀਂ ਫਿਰ ਇਸ ਤੋਂ ਬਾਅਦ ਜਿਹੜੀ ਆਊਟਪੁੱਟ ਆਏਗੀ ਰੈਕਟੀਫਾਇਰ ਦੀ, ਉਹਨੂੰ ਅੱਗਿਓਂ ਫਿਲਟਰ ਸਰਕਟ 'ਚ ਭੇਜਾਂਗੇ। ਹੁਣ ਫਿਲਟਰ ਸਰਕਟ ਜਿਹੜੇ ਨੇ ਉਹ ਮੇਰੇ ਕੋਲ ਐਸ ਸੱਚ ਕੱਲਾ ਇੰਡਕਟਰ ਫਿਲਟਰ ਵੀ ਹੋ ਸਕਦਾ, ਠੀਕ ਹੈ, ਉਹ ਮੇਰੇ ਕੋਲ ਕੱਲਾ ਕੈਪੈਸਿਟਰ ਫਿਲਟਰ ਵੀ ਹੋ ਸਕਦਾ, ਜਾਂ ਫਿਰ ਜਿਹੜਾ ਮੈਂ ਇੱਥੇ ਬਣਾਇਆ ਕਿ ਵੀ ਮੇਰੇ ਕੋਲ ਇੰਡਕਟਰ ਕੈਪੈਸਿਟਰ ਦਾ ਜਿਹੜਾ ਕੰਬੀਨੇਸ਼ਨ ਹੋ ਸਕਦਾ, ਜਿਹਨੂੰ ਅਸੀਂ ਪਾਈ ਫਿਲਟਰ ਕਹਿ ਦਿੰਦੇ ਆ ਪਾਈ ਸ਼ੇਪ ਬਣ ਗਈ ਇਸ ਲਈ ਤੁਸੀਂ ਇਹਨੂੰ ਪਾਈ ਫਿਲਟਰ ਕਹਿ ਦਿੰਦੇ, ਜਾਂ ਇਦਾਂ ਹੀ ਕਰਕੇ ਤੁਸੀਂ ਇੱਥੇ ਦਿਖਾ ਦਿਓ, ਇਸ ਵੇਲੇ ਦਿਖਾ ਦਿਓ ਆ ਮੇਰੇ ਕੋਲ ਇਹਨੂੰ ਅਸੀਂ ਟੀ ਟਾਈਪਸ ਫਿਲਟਰ ਸਰਕਟ ਕਹਿ ਦਿੰਦੇ ਜਿਸ ਚ 2 ਇੰਡਕਟਰ ਤੇ 1 ਕੈਪੈਸਿਟਰ ਲੱਗ ਗਿਆ। ਸੋ ਇਦਾਂ ਦੇ ਪਾਈ ਫਿਲਟਰ ਸਰਕਟ ਜਾਂ ਟੀ ਫਿਲਟਰ ਸਰਕਟ ਜਾਂ ਕੱਲਾ ਇੰਡਕਟਰ ਜਾਂ ਕੱਲਾ ਕੈਪੈਸਿਟਰ ਜਿਹੜਾ ਹਨਾ, ਇਹ ਤੁਹਾਡੇ AC ਨੂੰ DC ਫਾਰਮ ਚ ਕਹਿੰਦਾ ਜੀ ਉਹ ਕਨਵਰਟ ਕਰ ਦਿੰਦਾ, ਯਾਨੀ ਆਊਟਪੁੱਟ DC ਕੁਝ ਇਸ ਵੇ ਨਾਲ ਡਿਵੈਲਪ ਹੋ ਜਾਂਦੀ ਹੈ। क्या इतना समझ आया बच्चे? Yes, sir. Yes, sir. मैं जिन्ना जोर लाता इन्ना तो मैं कोल बैठा तो नहीं उच्ची बोलता जिन्ना हुण बोलिया, तो फिर सुस्त बैठे। कोई क्लियर है सारिਆਂ ਨੂੰ? Yes, Yes, sir. sir. Yes, sir. Yes, sir. Yes, sir. ਚਲੋ ਇਹ ਚ ਕੁਝ ਪੜਨ ਨੂੰ ਦੇ ਰਿਹਾ। ਰਿਪਲ ਫੈਕਟਰ ਕੀ ਹੁੰਦਾ, ਐਫੀਸ਼ੀਐਂਸੀ ਕੀ ਹੁੰਦੀ, ਆਪਾਂ ਜਦੋਂ ਨੂਮੈਰੀਕਲ ਛੇੜਾਂਗੇ ਚੈਪਟਰ ਦੇ ਉਦੋਂ ਇਹਦੀ ਗੱਲ ਵੀ ਕਰਾਂਗੇ। ਹਜੇ ਤੁਸੀਂ ਇੱਕ ਵਾਰੀ ਪੜੋਗੇ, ਹੁਣ ਅੱਗੇ ਉਹ ਗੱਲ ਸੁਣ ਲਿਓ ਜੋ ਦੱਸਣ ਲੱਗਿਆ। ਕੱਲ ਆਪਾਂ ਗੱਲ ਸ਼ੁਰੂ ਕੀਤੀ ਸੀ ਐਪਲੀਕੇਸ਼ਨ ਆਫ ਡਾਇਓਡ, ਹੈ ਨਾ, ਉਹਨਾਂ ਚ ਇੱਕ ਐਪਲੀਕੇਸ਼ਨ ਆ ਗਈ ਡਾਇਓਡ ਕੈਨ ਬੀ ਯੂਜ਼ਡ ਐਜ਼ ਅ ਰੈਕਟੀਫਾਇਰ। ਹੁਣ ਅੱਗੇ ਆ ਗਿਆ ਟੌਪਿਕ ਜਿਹੜਾ ਸਪੈਸ਼ਲ ਪਰਪਸ PN ਜੰਕਸ਼ਨ ਡਾਇਓਡ ਐਪਲੀਕੇਸ਼ਨਸ ਨੇ। PN ਡਾਇਓਡ ਦੀਆਂ ਹੋਰ ਕਿਹੜੀਆਂ ਐਪਲੀਕੇਸ਼ਨਸ ਨੇ, ਉਹਨਾਂ ਚ ਪੁੱਤ ਪਹਿਲੀ ਐਪਲੀਕੇਸ਼ਨ ਜਿਹੜੀ ਲਿਖੀ ਜ਼ੀਨਰ ਡਾਇਓਡ, ਇਹ ਹੈ ਨਹੀਂ ਹੁਣ ਸਿਲੇਬਸ, ਇਹ ਜ਼ੀਨਰ ਡਾਇਓਡ ਤੁਹਾਡੇ ਸਿਲੇਬਸ ਚੋਂ ਕੱਟਿਆ ਗਿਆ ਵਾ, ਠੀਕ ਹੈ ਜੀ, ਇਹ ਐਪਲੀਕੇਸ਼ਨ ਹੈ ਨਹੀਂ। ਤੇ 3 ਐਪਲੀਕੇਸ਼ਨਾਂ ਰਹਿ ਜਾਂਦੀਆਂ ਆਪਣੇ ਕੋਲ, ਠੀਕ ਹੈ, ਉਹਨਾਂ ਚ ਇੱਕ ਤੁਹਾਡੇ ਕੋਲ ਆ ਜਾਣੀ ਐਪਲੀਕੇਸ਼ਨ, ਉਹਨੂੰ ਅਸੀਂ ਨਾਮ ਦਿੰਦੇ ਫੋਟੋ ਡਾਇਓਡ। ਇੱਕ ਅਸੀਂ ਕਹਿੰਦੇ ਜੀ ਆਪਣੀ ਐਪਲੀਕੇਸ਼ਨ ਆ ਜਾਏਗੀ LED ਲਾਈਟ ਅਮਿਟਿੰਗ ਡਾਇਓਡ, ਤੇ ਇੱਕ ਆਪਣੀ ਐਪਲੀਕੇਸ਼ਨ ਆ ਜਾਏਗੀ ਜਿਹਨੂੰ ਅਸੀਂ ਨਾਮ ਦਿੰਦੇ ਸੋਲਰ ਸੈੱਲ। ਬਸ ਇਹ 3 ਟੌਪਿਕ। ਇਸ ਤੋਂ ਅੱਗੇ ਜਿਹੜਾ ਟੌਪਿਕ ਆ ਜੰਕਸ਼ਨ ਟ੍ਰਾਂਜ਼ਿਸਟਰ, ਇੱਥੋਂ ਲੈ ਕੇ
पूरे यूनिट ਦੇ ਐਂਡ ਤੱਕ ਦੇ ਸਾਰੇ ਟੌਪਿਕ ਕੱਟੇ ਗਏ ਹੋਏ, ਇਸ ਤੋਂ ਅੱਗੇ ਆਪਣਾ ਕੋਈ ਨਹੀਂ ਹੈਗਾ। ਯਾਨੀ ਲਾਸਟ 3 ਡਾਇਓਡ ਆਪਣੇ ਜਿਹੜੇ ਆ ਉਹਦੇ ਸ਼ਾਰਟ ਨੋਟ ਰਹਿ ਗਏ ਆਪਣੇ। ਕਿਆ ਇੰਨਾ ਕਲੀਅਰ ਆ? Yes, sir. Yes. Yes, sir. Yes, sir. Yes, sir. ਇਸੇ ਟੌਪਿਕ ਦੀ ਗੱਲ ਕਰਨ ਲੱਗਿਆ ਜੀ। ਆਪਣੇ ਕੋਲ ਟੌਪਿਕ ਆ ਗਿਆ ਨੈਕਸਟ ਜਿਹੜਾ ਫੋਟੋ ਡਾਇਓਡ। ਫੋਟੋ ਡਾਇਓਡ ਤੇ LED ਲਾਈਟ ਇਮਿਟਿੰਗ ਡਾਇਓਡ ਤੇ ਤੀਜਾ ਜਿਹੜਾ ਸੋਲਰ ਸੈੱਲ। ਡਾਇਗ੍ਰਾਮ ਵਾਈਜ਼ ਜਾਂ ਸਿੰਬੋਲਿਕਲੀ ਜਿਹੜੇ ਉਹਨਾਂ ਦੇ ਸਿੰਬਲ ਨੇ ਉਹਨਾਂ 'ਚ ਨਿੱਕਾ ਨਿੱਕਾ ਡਿਫਰੈਂਸ ਆ, ਉਹ ਧਿਆਨ ਰੱਖਿਓ ਬੇਟਾ ਕੀ ਦੱਸਾਂਗਾ। ਟੌਪਿਕ ਦਾ ਨਾਮ ਆ ਤੁਹਾਡੇ ਕੋਲ ਫੋਟੋ ਡਾਇਓਡ, ਔਰ ਇਹ ਤਿੰਨੋਂ ਦੇ ਤਿੰਨੇ ਟੌਪਿਕ ਜਿਹੜੇ ਕਰਨ ਲੱਗੇ ਹੋ ਹਨਾ, ਇਹਨਾਂ ਤੇ ਸ਼ਾਰਟ ਨੋਟ ਆਉਂਦੇ ਆ ਬੇਟਾ ਪੇਪਰ 'ਚ। ਠੀਕ ਹੈ ਨਾ, ਤੁਹਾਨੂੰ ਉਹਨੇ ਕਹਿਣਾ ਜੀ ਰਾਈਟ ਏ ਨੋਟ ਔਨ ਦਾ ਫੋਟੋ ਡਾਇਓਡ, ਜਾਂ ਇਹਦਾ ਗ੍ਰਾਫ ਦੇ ਦੇਗਾ, ਉਹ 'ਚੋਂ ਕੁਝ ਪੁੱਛ ਲਏਗਾ। ਮਤਲਬ ਇੱਕ ਇੱਕ ਪੈਰਾ ਜਾਂ ਕਹਿ ਲਓ ਹਾਰਡਲੀ ਹਾਫ ਆਫ ਪੇਜ ਦੇ ਟੌਪਿਕ ਆ, ਇਹਨੂੰ ਧਿਆਨ ਨਾਲ ਸਮਝ ਲਿਓ। ਫੋਟੋ ਡਾਇਓਡ ਕਹਿੰਦਾ ਜੀ ਐਸ ਦਾ ਨੇਮ ਵਿਲ ਸੁਜੈਸਟ ਅ ਡਾਇਓਡ, ਅ ਪੀਐਨ ਜੰਕਸ਼ਨ ਡਾਇਓਡ, ਠੀਕ ਹੈ ਜੀ, which use the concept of photo mean light, which use the concept of light। मतलब मेरे को एक फोटो डायोड हो गया, फोटो डायोड ਨੂੰ ਆਪਾਂ ਇੱਕ ਸਿੰਪਲ ਪੀਐਨ ਡਾਇਓਡ ਹੋ ਗਿਆ ਜਿਹਨੂੰ ਸ਼ੋ ਆਫ ਕਰਨਾ ਢੰਗ ਸੀਗਾ ਕਿ ਇੱਕ ਟ੍ਰਾਇੰਗਲ ਪੀ ਟਾਈਪ ਮਟੀਰੀਅਲ ਨੂੰ ਸ਼ੋ ਕਰਦੀ ਤੇ ਬਾਰ ਐਨ ਟਾਈਪ ਨੂੰ। ਇਸ ਫੋਟੋ ਡਾਇਓਡ ਨੂੰ ਜਦੋਂ ਤੁਸੀਂ ਰਿਵਰਸ ਬਾਇਸ ਕਰੋਗੇ, ਇਹ ਗੱਲ ਸਮਝਣ ਵਾਲੀ ਹੈ ਬੇਟਾ, ਕਿ ਜਦੋਂ ਵੀ ਪੀਐਨ ਡਾਇਓਡ ਤੁਸੀਂ ਫੋਟੋ ਡਾਇਓਡ ਦੀ ਫਾਰਮ 'ਚ ਯੂਜ਼ ਕਰਨਾ, ਇਟ ਨੈਵਰ ਟੂ ਬੀ ਓਪਰੇਟਿਡ ਇਨ ਫਾਰਵਰਡ ਬਾਇਸ ਮੋਡ। ਲਾਸਟ ਜਾ ਕੇ ਜੋੜਾਂਗਾ ਗੱਲ ਕਿਉਂ ਇਹ ਕਹੀ ਆ, ਠੀਕ ਹੈ। this diode always to be operated in the reverse bias mode। ਤੇ reverse bias mode ਦਾ ਮੈਥਡ ਇਹ ਸੀਗਾ ਕਿ p ਟਾਈਪ ਸੈਮੀਕੰਡਕਟਰ ਨੂੰ ਲੋ ਪੋਟੈਂਸ਼ੀਅਲ ਤੇ n ਟਾਈਪ ਸੈਮੀਕੰਡਕਟਰ ਨੂੰ ਹਾਈ ਪੋਟੈਂਸ਼ੀਅਲ ਤੇ ਅਟੈਚ ਕਰ ਦੋ। ਇਹ ਤੁਹਾਡਾ ਡਾਇਓਡ ਰਿਵਰਸ ਬਾਇਸ ਕਨੈਕਸ਼ਨ ਦਿਖਾਉਂਦਾ ਪਿਆ। ਤੇ ਫੋਟੋ ਵਰਡ ਦਾ ਮਤਲਬ ਆ ਇਸ ਡਾਇਓਡ ਦੇ ਉੱਤੇ ਲਾਈਟ ਜਿਹੜੀ ਆ ਉਹ ਇਨਸੀਡੈਂਟ ਕਰਦੀ ਪਈ ਆ। ਆਪਾਂ ਟੌਪਿਕ ਪੜਿਆ ਫੋਟੋ ਇਲੈਕਟ੍ਰਿਕ ਇਫੈਕਟ। ਪੀਐਨ ਡਾਇਓਡ ਦੇ ਨਾਲ ਹੁਣ ਫੋਟੋ ਇਲੈਕਟ੍ਰਿਕ ਇਫੈਕਟ ਨੂੰ ਕਲੱਬ ਕਰਨ ਲੱਗੇ ਆ, ਠੀਕ ਹੈ। ਤੇ ਉਹ ਜਿਹੜਾ ਰਿਜ਼ਲਟੈਂਟ ਡਿਵਾਈਸ ਦੀ ਵਰਕਿੰਗ ਆ, ਉਹਨਾਂ ਡਿਵਾਈਸ ਜਿਹੜਾ ਬਣਦਾ ਉਹਨੂੰ ਨਾਮ ਦਿੰਦੇ ਫੋਟੋ ਡਾਇਓਡ। ਕਿਆ ਇੰਨੀ ਗੱਲ ਸਮਝ ਆਈ? Yes, sir. Yes, sir. Yes, sir. चलो, so photodiode it is an electronic device, ठीक है जी, which is used to कहना जी which is used to convert photo energy यानी light energy into some other form of energy, ठीक है। ਉਹਦੇ ਲਈ ਜਦੋਂ ਇਹਦੀ ਵਰਕਿੰਗ, ਇਹ ਉਹਦਾ ਹੈਗਾ ਸਰਕਟ ਸਿੰਬਲ ਜੋ ਬਣਾਇਆ, ਇਹਨੂੰ ਅਸੀਂ ਉਹਦਾ ਸਰਕਟ ਸਿੰਬਲ ਕਹਿੰਦੇ ਆ। ਤੇ ਵਰਕਿੰਗ ਐਕਸਪਲੇਨ ਕਰਨ ਵਾਸਤੇ ਡਾਇਗਰਾਮ ਫੇਰ ਉਹੀ ਆ, ਪੀਐਨ ਡਾਇਓਡ ਬਣਾਉਣ ਵਾਸਤੇ ਰੈਕਟੈਂਗਲ ਬਣਾ ਕੇ ਉਹ ਚ ਪੀ ਟਾਈਪ ਤੇ ਐਨ ਟਾਈਪ ਸੈਮੀਕੰਡਕਟਰ ਦਿਖਾ ਦੋ। ਔਰ ਕਿਉਂਕਿ ਇਹਨੂੰ ਰਿਵਰਸ ਬਾਇਸ ਕਰਨਾ, ਤੇ ਰਿਵਰਸ ਬਾਇਸ ਦੇ ਅੰਦਰ ਅਸੀਂ ਕਨੈਕਸ਼ਨ ਪੀ ਵਿਦ ਨੈਗੇਟਿਵ ਐਂਡ ਐਨ ਵਿਦ ਪੋਜ਼ਿਟਿਵ, ਠੀਕ ਹੈ, ਇਸ ਵੇ ਨਾਲ ਇਹਦੇ ਕਨੈਕਸ਼ਨ ਕਰ ਦਾਂਗੇ। ਔਰ ਇੱਥੇ ਅਸੀਂ ਦੱਸਿਆ ਸੀ ਇਹਦਾ ਐਸ ਐਚ ਜੰਕਸ਼ਨ ਦੇ ਆਲੇ ਦੁਆਲੇ ਇਹਦੀ ਪੀਐਨ ਡਿਪਲੀਸ਼ਨ ਲੇਅਰ ਬਣ ਜਾਂਦੀ ਹੈ ਬੇਟਾ। ਯਾਨੀ ਆਪਣੇ ਕੋਲ ਇੱਕ ਡਿਪਲੀਸ਼ਨ ਲੇਅਰ ਸੀਗੀ ਇਹਦੀ, ਉਹ ਕਹਿੰਦਾ ਪੀ ਟਾਈਪ ਚ ਮੈਜੋਰਿਟੀ ਕੈਰੀਅਰ ਹੋਲ ਸੀਗੇ ਤੇ ਮਿਨੋਰਿਟੀ ਕੈਰੀਅਰ ਇਲੈਕਟ੍ਰੋਨ ਸੀ। ਐਨ ਟਾਈਪ ਚ ਮੈਜੋਰਿਟੀ ਕੈਰੀਅਰ ਇਲੈਕਟ੍ਰੋਨ ਤੇ ਮਿਨੋਰਿਟੀ ਕੈਰੀਅਰ ਮੇਰੇ ਕੋਲ ਹੋਲ ਸੀਗੇ। ਕਲੀਅਰ ਇਨੀ ਗੱਲ? Yes, sir. ਤੇ ਨਾਲ ਹੀ ਇਹਦੇ ਥਰਡ ਚੀਜ਼ ਜਿਹੜੀ ਡਰਾ ਕਰਾਂਗਾ, ਜਿਹਨੂੰ ਆਪਾਂ ਐਕਸਪਲੇਨ ਕਰਨਾ ਇਹਦੇ ਨਾਲ ਨਾਲ, ਉਹ ਇਹਦਾ ਗ੍ਰਾਫ ਆ। ਗ੍ਰਾਫ 'ਚ 2 ਤੋਂ 3 ਕਰਵ ਬਣਾ ਰਹੇ ਹਾਂ ਜੀ। ਪਹਿਲੀ ਕਰਵ ਦਾ ਨਾਮ ਜਿਹੜਾ ਵਾ ਇਹਨੂੰ ਅਸੀਂ ਲਿਖਾਂਗੇ ਡਾਰਕ ਕਰੰਟ। ਡਾਰਕ ਕਰੰਟ। ਜਿਹੜੀ ਦੂਜੀ ਕਰਵ ਆ ਇਹ ਮੰਨ ਲਓ ਲਾਈਟ ਦੀ ਇੰਟੈਂਸਿਟੀ ਜਦੋਂ I1 ਆ, ਅਗਲੀ ਕਰਵ ਆ ਲਾਈਟ ਦੀ ਇੰਟੈਂਸਿਟੀ I2, ਅਗਲੀ I3 with the condition I3 greater than I2 which is greater than I1। ਮਤਲਬ ਅਸੀਂ ਇਹ ਕਹਿਣ ਲੱਗੇ ਕਿ ਵੀ ਆਹ ਤੁਹਾਡੇ ਕੋਲ ਜਿਹੜਾ ਆਰਡੀਨਰੀ ਪੀਐਨ ਡਾਇਓਡ ਆ, ਜਿਹਦੀ ਕੱਲ ਆਪਾਂ ਵਰਕਿੰਗ ਐਕਸਪਲੇਨ ਕੀਤੀ ਸੀ ਰਿਵਰਸ ਬਾਇਸ ਦੇ ਅੰਦਰ, ਕਿ ਜਦੋਂ ਤੁਹਾਡਾ ਆਰਡੀਨਰੀ ਪੀਐਨ ਡਾਇਓਡ ਰਿਵਰਸ ਬਾਇਸ ਹੁੰਦਾ ਤਾਂ ਰਿਵਰਸ ਬਾਇਸ ਦੇ ਵਿੱਚ ਮੈਜੋਰਿਟੀ ਕੈਰੀਅਰ ਕੋਈ ਵੀ ਜੰਕਸ਼ਨ ਦੇ ਅਕ੍ਰੋਸ ਮੂਵ ਨਹੀਂ ਕਰਦੇ, ਠੀਕ ਹੈ। ਤੇ ਜਦੋਂ ਮੈਜੋਰਿਟੀ ਕੈਰੀਅਰ ਇਸ ਜੰਕਸ਼ਨ ਦੇ ਅਕ੍ਰੋਸ ਮੂਵ ਨਹੀਂ ਕਰਦੇ, ਆਪਾਂ ਕਿਹਾ ਸੀ ਕਿ ਵੀ ਆਹ ਜਿਹੜੇ ਮੇਰੇ ਕੋਲ ਸਪੇਸ ਚਾਰਜ ਰੀਜਨ ਬਣ ਗਿਆ, ਡਿਪਲੀਸ਼ਨ ਲੇਅਰ ਜਿਹੜੀ ਆ ਗਈ, ਇਹ ਮੈਜੋਰਿਟੀ ਕੈਰੀਅਰ ਦੇ ਫਲੋ ਨੂੰ ਅਪੋਜ਼ ਕਰ ਦਿੰਦੀ, ਠੀਕ ਹੈ। ਤੇ ਆਹ ਐਂਡ ਮੇਰਾ ਨੈਗੇਟਿਵ ਆ, ਪੀ ਨੂੰ ਅਸੀਂ ਨੈਗੇਟਿਵ ਨਾਲ ਜੋੜਿਆ ਔਰ ਐਨ ਨੂੰ ਅਸੀਂ ਪੋਜ਼ਿਟਿਵ ਨਾਲ। ਮੈਂ ਕੋਸ਼ਿਸ਼ ਕਰ ਰਿਹਾ ਰਿਵਰਸ ਬਾਇਸਿੰਗ ਵਿੱਚ ਐਡ ਕਰਨ ਦੀ।
ਉਹ ਕਹਿੰਦਾ ਜੀ ਇਹ 'ਚ ਅਸੀਂ ਦੱਸਿਆ ਸੀ ਜਦੋਂ ਪੀ ਟਾਈਪ ਨੂੰ ਤੁਸੀਂ ਨੈਗੇਟਿਵ ਪੋਟੈਂਸ਼ੀਅਲ ਤੇ ਅਪਲਾਈ ਕੀਤਾ ਤੇ ਇਹਦੇ ਵਿੱਚ ਜਿਹੜੇ ਪ੍ਰੈਜ਼ੈਂਟ ਮੈਜੋਰਿਟੀ ਕੈਰੀਅਰ ਨੇ ਉਹਨਾਂ ਨੂੰ ਇਹ ਨੈਗੇਟਿਵ ਪਲੇਟ ਆਪਣੇ ਵੱਲ ਅਟਰੈਕਟ ਕਰਦੀ ਹੈ, ਜਿਹਦੇ ਕਰਕੇ ਇਹ ਮੈਜੋਰਿਟੀ ਕੈਰੀਅਰ ਨੂੰ ਸਰਕਟ 'ਚ ਅੱਗੇ ਡਿਪਲੀਸ਼ਨ ਲੇਅਰ ਵੱਲ ਜਾਣ ਨਹੀਂ ਦਿੰਦੇ। ਇਸ ਲਈ ਤੁਹਾਡੇ ਡਿਪਲੀਸ਼ਨ ਲੇਅਰ ਦੇ ਅਕ੍ਰੋਸ ਕੋਈ ਵੀ ਮੈਜੋਰਿਟੀ ਕੈਰੀਅਰ ਫਲੋ ਨਹੀਂ ਕਰ ਪਾਉਂਦਾ। ਤੇ ਜਦੋਂ ਮੈਜੋਰਿਟੀ ਕੈਰੀਅਰ ਇੱਥੇ ਫਲੋ ਨਹੀਂ ਕਰਦਾ ਤੇ ਸਿਰਫ ਅਸੀਂ ਕਿਹਾ ਸੀ ਇੱਥੇ ਮਾਈਨੋਰਿਟੀ ਕੈਰੀਅਰ ਜਿਹੜੇ ਨੇ ਉਹ ਆਪਣਾ ਲੀਕੇਜ ਕਰੰਟ ਉਹ ਪ੍ਰੋਡਿਊਸ ਕਰਦੇ ਆ ਸਾਰੇ ਗ੍ਰਾਫ ਜਿਹੜੇ ਆਪਾਂ ਬਣਾਏ ਆ। ਤੇ ਜੇ ਕੱਲ ਵਾਲਾ ਗ੍ਰਾਫ ਰਿਵਰਸ ਬਾਇਸ ਦਾ ਯਾਦ ਹੋਵੇ ਤੇ ਆਪਾਂ ਕਿਹਾ ਸੀ ਆਹ ਕਰਵ ਦੇ ਅੰਦਰ ਆਪਣੇ ਕੋਲ ਇੱਕ ਵੋਲਟੇਜ ਆਂਦੀ ਜਿਹਨੂੰ ਅਸੀਂ ਨਾਮ ਦਿੰਦੇ ਸੀ ਬ੍ਰੇਕ ਡਾਊਨ ਵੋਲਟੇਜ। ਤੇ ਇਸ ਵੋਲਟੇਜ ਤੇ ਡਿਵਾਈਸ ਦੇ ਅੰਦਰ ਜਿਹੜਾ ਕਰੰਟ ਆ ਅਸੀਂ ਕਿਹਾ ਸੀ ਉਹ ਬਹੁਤ ਹੈਵੀ ਅਮਾਉਂਟ 'ਚ ਵੱਧ ਜਾਂਦਾ ਤੇ ਉਹ ਡਾਇਓਡ ਤੁਹਾਡੇ ਨੂੰ ਡੈਮੇਜ ਕਰ ਦਿੰਦਾ, ਸਾੜ ਦਿੰਦਾ। ਇਸ ਲਈ ਕਦੀ ਵੀ ਡਾਇਓਡ ਨੂੰ ਅਸੀਂ ਬ੍ਰੇਕ ਡਾਊਨ ਵੋਲਟੇਜ ਤੇ ਆਪਰੇਟ ਨਹੀਂ ਕਰਦੇ। ਇਸ ਲਈ ਅਸੀਂ ਡਿਵਾਈਸ ਦਾ ਜਿਹੜਾ ਐਸਐਚ ਆਪਰੇਟਿੰਗ ਪੋਰਸ਼ਨ ਆ ਉਹ ਆਹ ਵਾਲਾ ਲੈਨੇ ਆ ਬੇਟਾ। ਕਿ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. Yes. ਉਸੇ ਨੂੰ ਆਪਾਂ ਇੱਥੇ ਦਿਖਾਵਾਂਗੇ ਕਿ ਵੀ ਆ ਜਿੰਨੇ ਗ੍ਰਾਫ ਬਣਾਏ ਆ ਹਰ ਗ੍ਰਾਫ ਦਾ ਜਿਹੜਾ ਅਗਲੀ ਆ ਲੱਤ ਵਾਲਾ ਪੋਰਸ਼ਨ ਆ ਇਹ ਅਸੀਂ ਹਟਾਤਾ ਹੋਇਆ, ਇਹ ਡਰਾ ਨਹੀਂ ਕਰਦੇ ਪਏ। ਅਸੀਂ ਸਿਰਫ ਉਹਦਾ ਆ ਇੰਨਾ ਪੋਰਸ਼ਨ ਹੀ ਗ੍ਰਾਫ ਦਾ ਡਰਾ ਕਰਕੇ ਦਿਖਾਣੇ ਪਏ। ਹੁਣ ਇਹ 'ਚ ਅਸੀਂ ਕੀ ਦੱਸਦੇ ਪਏ, ਜਦੋਂ ਇਸ ਡਾਇਓਡ ਤੇ ਹਜੇ ਕੋਈ ਵੀ ਲਾਈਟ ਇਨਸੀਡੈਂਟ ਨਹੀਂ ਕੀਤੀ, ਇਸ ਡਾਇਓਡ ਤੇ ਕੋਈ ਵੀ ਲਾਈਟ ਇਨਸੀਡੈਂਟ ਨਹੀਂ ਕੀਤੀ, ਸਟਿਲ ਇਸ ਡਾਇਓਡ ਨੂੰ ਇਸ ਬੈਟਰੀ ਦੀ ਹੈਲਪ ਨਾਲ ਅਸੀਂ ਰਿਵਰਸ ਬਾਇਸ ਕੀਤਾ ਹੋਇਆ। ਤੇ ਰਿਵਰਸ ਬਾਇਸ ਦੇ ਵਿੱਚ ਅਸੀਂ ਕਿਹਾ ਸੀ ਸਮਾਲ ਲੀਕੇਜ ਕਰੰਟ ਜਿਹੜਾ ਉਹ ਸਰਕਟ ਦੇ ਵਿੱਚ ਉਦੋਂ ਫਲੋ ਕਰ ਰਿਹਾ ਹੁੰਦਾ, ਜਿਹਨੂੰ ਅਸੀਂ ਗ੍ਰਾਫ ਦੇ ਅੰਦਰ ਆ ਪਹਿਲੀ ਲਾਈਨ ਦੇ ਨਾਲ ਦਿਖਾਣੇ ਪਏ। ਯਾਨੀ ਜਿਹੜੀ ਫਰਸਟ ਲਾਈਨ ਡਰਾ ਕੀਤੀ ਗ੍ਰਾਫ ਦੀ ਇਹਨੂੰ ਅਸੀਂ ਕਹਿੰਦੇ ਪਏ ਡਾਰਕ ਕਰੰਟ। ਡਾਰਕ ਕਰੰਟ ਵਰਡ ਤਾਂ ਨਾਮ ਅਸੀਂ ਰੱਖ ਦਿੱਤਾ ਕਿਉਂਕਿ ਇਸ ਵੇਲੇ ਹਜੇ ਡਾਇਓਡ ਤੇ ਕੋਈ ਲਾਈਟ ਇਨਸੀਡੈਂਟ ਨਹੀਂ ਕੀਤੀ, ਸਿਰਫ ਬੈਟਰੀ ਦੀ ਹੈਲਪ ਨਾਲ ਇੱਥੇ ਜਿਹੜਾ ਕਰੰਟ ਸਮਾਲ ਫਲੋ ਕਰਦਾ ਪਿਆ ਉਸ ਲੀਕੇਜ ਕਰੰਟ ਦਾ ਨਾਮ ਅਸੀਂ ਡਾਰਕ ਕਰੰਟ ਰੱਖ ਲਿਆ। ਕੀ ਪਹਿਲੀ ਗੱਲ ਸਮਝ ਲੱਗੀ? Yes, sir. Yes, sir. ਉਸ ਤੋਂ ਬਾਅਦ ਅਸੀਂ ਕਹਿੰਦੇ ਜੀ ਜਦੋਂ ਤੁਸੀਂ ਐਸ ਸੱਚ ਇਸ ਜੰਕਸ਼ਨ ਦੇ ਅਕ੍ਰੋਸ ਲਾਈਟ ਇਨਸੀਡੈਂਟ ਕਰਦੇ ਹੋ ਯਾਨੀ ਫੋਟੋਨ ਇਨਸੀਡੈਂਟ ਕਰਦੇ ਹੋ, ਤੇ ਬੇਟੇ ਆਪਾਂ ਫੋਟੋ ਇਲੈਕਟ੍ਰਿਕ ਇਫੈਕਟ 'ਚ ਪੜਿਆ ਫੋਟੋਨ ਜਿਹੜੇ ਕਿ ਪੈਕੇਟ ਔਰ ਬੰਡਲ ਆਫ એનર્ਜੀ ਆ, ਜਦੋਂ ਉਹ એનર્ਜੀ ਲੈ ਕੇ ਇਸ ਜੰਕਸ਼ਨ ਦੇ ਨੀਅਰ ਬਾਈ ਹਨਾ ਇਸ ਪੀਐਨ ਸੈਮੀ ਕੰਡਕਟਰ ਤੇ ਹਿੱਟ ਕਰੂਗੇ ਤੇ ਇਹਨੇ ਤੁਹਾਡੇ ਕ੍ਰਿਸਟਲ ਲੈਟਿਸ ਦੇ ਕੁਝ ਬੌਂਡ ਤੋੜਦੇ ਨੇ। ਮਤਲਬ ਜਿਹੜਾ ਪੀ ਟਾਈਪ ਤੇ ਐਨ ਟਾਈਪ ਸੈਮੀ ਕੰਡਕਟਰ ਆ, ਅਸੀਂ ਇਹਦੇ ਡਾਇਗਰਾਮ ਡਰਾ ਕਰੀਏ ਤੇ ਆ ਚੀਜ਼ ਆਪਾਂ ਇਦਾਂ ਡਰਾ ਕੀਤੀ ਸੀ ਕਿ ਪਿਓਰ ਸਿਲੀਕਨ ਦੇ ਸਾਰਾ ਲੈਟਿਸ ਪੁਆਇੰਟ ਆ ਵਾਲੇ ਇਹਨਾਂ ਸਾਰੀ ਥਾਵਾਂ ਤੇ ਸਿਲੀਕਨ ਦੇ ਐਟਮ ਪਏ ਨੇ ਤੇ ਵਿੱਚ ਕਿਤੇ ਕਿਤੇ ਤੁਹਾਡੇ ਕੋਲ ਇੰਪਿਉਰਿਟੀ ਦੇ ਐਟਮ ਪਏ ਨੇ, ਠੀਕ ਆ। ਤੇ ਜਦੋਂ ਇਸ ਪੀਐਨ ਡਾਇਓਡ ਦੇ ਕ੍ਰਾਸ ਆ ਲਾਈਟ ਇਨਸੀਡੈਂਟ ਕੀਤੀ, ਫੋਟੋਨ ਇਨਸੀਡੈਂਟ ਕੀਤੇ, ਇਹਨਾਂ ਫੋਟੋਨ ਦੀ એનર્ਜੀ ਨੇ ਇਹਨਾਂ ਕ੍ਰਿਸਟਲ ਲੈਟਿਸ ਦੇ ਵਿੱਚ ਕੁਝ ਆ ਬੌਂਡ ਜਿਹੜੇ ਨੇ ਇਹ ਤੋੜਦੇ ਨੇ, ਠੀਕ ਹੈ। ਜਦੋਂ ਬੌਂਡ ਟੁੱਟਨੇ ਆ ਤੇ ਇਸ ਰੀਜਨ ਦੇ ਅੰਦਰ ਕੁਝ ਐਕਸਟਰਾ ਇਲੈਕਟ੍ਰੋਨ ਤੇ ਹੋਲ ਜਿਹੜੇ ਨੇ ਉਹ ਕ੍ਰੀਏਟ ਹੋ ਜੂਗੇ। ਜਿਹੜੇ ਐਕਸਟਰਾ ਇਲੈਕਟ੍ਰੋਨ ਤੇ ਹੋਲ ਕ੍ਰੀਏਟ ਹੋਏ ਇਸ ਜੰਕਸ਼ਨ ਫੀਲਡ ਦੇ ਕਰਕੇ, ਜੰਕਸ਼ਨ ਫੀਲਡ ਕਿਉਂ ਕਹਿ ਰਿਹਾ ਕਿਉਂਕਿ ਇਸ ਜੰਕਸ਼ਨ ਦੇ ਕ੍ਰਾਸ ਜਿਹੜਾ ਨੈਗੇਟਿਵ ਤੇ ਪੋਜ਼ਿਟਿਵ ਲੇਅਰ ਬਣੀ ਹੋਈ ਆ ਤੇ ਇਹਨਾਂ ਨੇ ਐਸ ਸੱਚ ਅਸੀਂ ਕਿਹਾ ਸੀ 20 ਵੋਲਟ ਦੀ ਇੱਥੇ ਬੈਟਰੀ ਇੱਕ ਤਰ੍ਹਾਂ ਕ੍ਰੀਏਟ ਕੀਤੀ ਹੈ। ਤੇ ਜੇ ਆ ਡੀ ਮੇਰੇ ਕੋਲ ਥਿਕਨੈਸ ਹੋਵੇ ਡਿਪਲੀਸ਼ਨ ਲੇਅਰ ਦੀ, ਪੁੱਤ ਥੋੜਾ ਜਿਹਾ ਔਖਾ ਵਾ, ਧਿਆਨ ਨਾਲ ਸਮਝਦੇ ਚੱਲਿਓ, ਠੀਕ ਹੈ। ਜੇ 20 ਵੋਲਟ ਦੀ ਬੈਟਰੀ ਡੀ ਗੈਪ ਦੇ ਕ੍ਰਾਸ ਬਿਲਟ ਅਪ ਹੋਈ ਆ ਤੇ E = V/D ਦੇ ਹਿਸਾਬ ਨਾਲ ਇਸ ਰੀਜਨ 'ਚ ਇਲੈਕਟ੍ਰਿਕ ਫੀਲਡ ਹੈਗਾ, ਉਹ ਇਲੈਕਟ੍ਰਿਕ ਫੀਲਡ F = QE, F = QE। ਇਹਦੇ ਅਕੋਰਡਿੰਗਲੀ ਜਿਹੜਾ ਫਿਰ ਇੱਥੇ ਜੰਕਸ਼ਨ ਫੀਲਡ ਬਣਿਆ ਉਹ ਇਹਨਾਂ ਚਾਰਜ ਪਾਰਟੀਕਲ ਤੇ ਫੋਰਸਿਸ ਲਗਾਏਗਾ ਤੇ ਜਦੋਂ ਉਹਨੇ ਫੋਰਸਿਸ ਲਗਾਈਆਂ ਉਹਨੇ ਇਹਦੇ ਅੰਦਰ ਜਿਹੜੇ ਆ ਬੌਂਡ ਟੁੱਟਣ ਕਰਕੇ ਕੁਝ ਐਕਸਟਰਾ ਇਲੈਕਟ੍ਰੋਨ ਤੇ ਹੋਲ ਪੇਅਰ ਕ੍ਰੀਏਟ ਹੋਏ ਨੇ ਹਨਾ, ਉਹਨਾਂ ਨੂੰ ਇਸ ਜੰਕਸ਼ਨ ਦੇ ਅਕ੍ਰੋਸ ਉਹਨੇ ਮੂਵ ਕਰਾਂ, ਯਾਨੀ ਕੁਝ ਐਕਸਟਰਾ ਮਾਈਨੋਰਿਟੀ ਕੈਰੀਅਰ ਹੋਰ ਵੱਧ ਗਏ, ਠੀਕ ਆ। ਕੁਝ ਮਾਈਨੋਰਿਟੀ ਕੈਰੀਅਰ ਡੋਪਿੰਗ ਤੋਂ ਆਏ ਸੀਗੇ, ਕੁਝ ਆ ਲਾਈਟ ਜਦੋਂ ਇਨਸੀਡੈਂਟ ਕੀਤੀ, ਫੋਟੋਨ ਜਦੋਂ ਇਨਸੀਡੈਂਟ ਕੀਤੀ, ਇਹਨਾਂ ਫੋਟੋਨਸ ਦੇ ਕਰਕੇ ਇੱਥੇ ਕੁਝ ਐਕਸਟਰਾ ਇਲੈਕਟ੍ਰੋਨ ਹੋਲ ਪੇਅਰ ਹੋਰ ਬੌਂਡ ਦੇ ਟੁੱਟਣ ਕਰਕੇ ਆ ਗਏ, ਜਿਹਦੇ ਕਰਕੇ ਮੇਰੇ ਕੋਲ ਅੱਗੇ ਨਾਲੋਂ ਲੀਕੇਜ ਕਰਨ ਦੀ ਸਟਰੈਂਥ ਜਿਹੜੀ ਆ ਉਹ ਵੱਧ ਜਾਣੀ। ਯਾਨੀ ਜੇ ਪਹਿਲੋਂ 1 ਮਾਈਕਰੋ ਐਂਪੀਅਰ ਕਰੰਟ ਸਰਕਟ ਚ ਆਂਦਾ ਪਿਆ ਸੀ, ਹੁਣ ਮੰਨ ਲਓ ਸਰਕਟ ਦੇ ਅੰਦਰ ਮੇਰੇ ਕੋਲ 5 ਮਾਈਕਰੋ ਐਂਪੀਅਰ ਕਰੰਟ ਆ ਗਿਆ,
ਠੀਕ ਆ। ਤੇ ਜੇ ਮੈਂ ਇਹਦੇ ਤੇ ਲਾਈਟ ਜਿਹੜੀ ਆ ਉਹਦੀ ਇੰਟੈਂਸਿਟੀ ਹੋਰ ਸਟਰੋਂਗ ਕਰ ਦਵਾਂ, 10 ਫੋਟੋਨ ਵਾਲੀ ਲਾਈਟ ਦੀ ਥਾਂ ਤੇ 100 ਫੋਟੋਨ ਵਾਲੀ ਲਾਈਟ ਸਟ੍ਰਾਈਕ ਕਰਾਵਾਂ, ਉਹਦੇ ਕਰਕੇ ਇੱਥੇ 10 ਫੋਟੋ ਇਲੈਕਟ੍ਰੋਨ ਕ੍ਰੀਏਟ ਹੋਣ ਦੀ ਜਗ੍ਹਾ ਤੇ 100 ਹੋਰ ਫੋਟੋ ਇਲੈਕਟ੍ਰੋਨ ਕ੍ਰੀਏਟ ਹੋ ਜਾਣ। ਤੇ ਇਹਦਾ ਮਤਲਬ ਆ ਸਰਕਟ ਦੇ ਅੰਦਰ ਜਿਹੜੇ ਕਰੰਟ ਦੀ ਸਟਰੈਂਥ ਆ ਉਹ ਕਿਹਨਾਂ ਨਾਲੋਂ ਵੱਧਦੀ ਜਾਊ। Yes, sir. Yes. Yes, sir. ਸੋ ਇੱਥੇ ਅਸੀਂ ਆ I1 I2 I3 ਇਹ ਕਰੰਟ ਨਹੀਂ ਹੈਗਾ, ਇਹ ਅਸੀਂ ਦਿਖਾਇਆ ਕਿ ਡਿਫਰੈਂਟ ਇੰਟੈਂਸਿਟੀ ਦੀ ਲਾਈਟ। ਉਹ ਕਹਿੰਦਾ ਜਿੱਦਾਂ ਜਿੱਦਾਂ ਇੰਟੈਂਸਿਟੀ ਆਫ ਲਾਈਟ ਅਸੀਂ ਸਟਰੋਂਗ ਕਰਦੇ ਜਾਵਾਂਗੇ ਉਹਦੇ ਕਰਕੇ ਸਰਕਟ ਦੇ ਵਿੱਚ ਜਿਹੜਾ ਮੇਰੇ ਕੋਲ ਕਰੰਟ ਹੈਗਾ ਵਾ, ਜਿਹਨੂੰ ਰਿਵਰਸ ਕਰੰਟ ਕਹਿੰਦੇ ਹੋ, ਜਿਹਨੂੰ ਲੀਕੇਜ ਕਰੰਟ ਕਹਿੰਦੇ, ਉਹਦੀ ਸਟਰੈਂਥ ਜਿਹੜੀ ਆ ਉਹ ਮੇਰੇ ਕੋਲ ਇਨਕਰੀਜ਼ ਕਰਦੀ ਜਾਏਗੀ। ਠੀਕ ਆ, ਇਹਨਾਂ ਕਲੀਅਰ ਆ। Yes, sir. Yes. ਚਲ ਹੁਣ Yes, ਅਗਲਾ sir. ਵਰਡ ਐਡ ਕਰ ਰਿਹਾ। ਉਹ ਕਹਿੰਦਾ ਵੀ ਇਹ ਚ ਇੱਕ ਵਰਡ ਹੋਰ ਅਸੀਂ ਐਡ ਕਰਨਾ ਜਿਹਦੀ ਗੱਲ ਸ਼ੁਰੂ ਚ ਕੀਤੀ। ਉਹ ਕਹਿੰਦਾ ਇਹਨੂੰ ਫੋਟੋ ਡਾਇਓਡ ਨੂੰ ਅਸੀਂ ਰਿਵਰਸ ਬਾਇਸ ਚ ਕਿਉਂ ਚਲਾਉਂਦੇ, ਇਹਨੂੰ ਅਸੀਂ ਫਾਰਵਰਡ ਬਾਇਸ ਦੇ ਵਿੱਚ ਕਿਉਂ ਨਹੀਂ ਆਪਰੇਟ ਕਰਦੇ। ਕਹਿੰਦਾ ਜੀ ਉਹਦਾ ਕੀ ਲਾਸ ਆ। ਤੇ ਪੁੱਤ ਅਸੀਂ ਆ ਚੀਜ਼ ਪੜ੍ਹੀ ਸੀਗੀ, ਠੀਕ ਹੈ ਜੀ, ਪਿੱਛੇ, ਕਿ ਜਦੋਂ ਫਾਰਵਰਡ ਬਾਇਸ ਅਸੀਂ ਕਰਦੇ ਹਾਂ ਕਿਸੇ ਡਾਇਓਡ ਨੂੰ, ਮੈਂ ਪਿਛਲੇ ਇੱਕ ਗ੍ਰਾਫ ਦੀ ਗੱਲ ਕਰਨ ਲੱਗਿਆ ਤੁਹਾਡੇ ਨਾਲ, ਆ ਗ੍ਰਾਫ ਪੜਿਆ ਸੀ ਅਸੀਂ ਫਾਰਵਰਡ ਬਾਇਸ ਦੇ ਅੰਦਰ, ਕਿ ਜਦੋਂ ਡਾਇਓਡ ਫਾਰਵਰਡ ਬਾਇਸ ਹੁੰਦਾ ਤੇ ਆਹ ਰੇਂਜ ਜੇ ਤੁਸੀਂ ਗ੍ਰਾਫ ਦੀ ਦੇਖੋ ਤੇ ਮੈਨੂੰ ਇਹ ਦਿਖਦਾ ਹੈ ਕਿ ਵੀ ਇਸ ਮੂਮੈਂਟ ਤੇ ਇੱਥੇ 0.7 ਤੋਂ ਲੈ ਕੇ 1 ਵੋਲਟ ਤੱਕ, ਜਾਂ ਮੰਨ ਲਓ 1.1 ਵੋਲਟ ਤੱਕ 0.4 ਵੋਲਟ ਵਧੇ ਸਿਰਫ, ਤੇ 0.4 ਵੋਲਟ ਦੇ ਵੱਧਦੇ ਕਰੰਟ ਜਿਹੜਾ ਵਾ ਉਹ 2 ਮਿਲੀ ਐਂਪੀਅਰ ਤੋਂ 10 ਮਿਲੀ ਐਂਪੀਅਰ ਤੱਕ ਪਹੁੰਚ ਚੁੱਕਾ। ਮਤਲਬ ਸਮਾਲ ਵੋਲਟੇਜ ਦੀ ਫਲਕਚੁਏਸ਼ਨ ਜਿਹੜੀ ਹੈ ਨਾ ਉਹ ਕਰੰਟ ਦੀ ਲਾਰਜ ਵੈਲਿਊ ਪ੍ਰੋਡਿਊਸ ਕਰਦੀ। ਤੇ ਜਦੋਂ ਲਾਰਜ ਕਰੰਟ ਪ੍ਰੋਡਿਊਸ ਹੁੰਦਾ ਤੇ ਜੇ ਮੈਂ ਇੱਥੇ ਥੋੜੀ ਜਿਹੀ ਵੀ ਹੋਰ ਵੋਲਟੇਜ ਦੀ ਫਲਕਚੁਏਸ਼ਨ ਕਰਾਈ ਤੇ ਕਰੰਟ ਦਾ ਗ੍ਰਾਫ ਜਿਹੜਾ ਨਾ ਉਹ ਬਹੁਤ ਸਟ੍ਰੇਟ ਲਾਈਨ ਹੋ ਕੇ ਵਧਣਾ। ਮਤਲਬ ਵੋਲਟੇਜ ਦੀ ਮਾੜੀ ਜਿਹੀ ਵੀ ਫਲਕਚੁਏਸ਼ਨ ਸਰਕਟ ਦੇ ਅੰਦਰ ਕਰੰਟ ਦੀ ਹੈਵੀ ਅਮਾਉਂਟ ਜਨਰੇਟ ਕਰੇਗੀ, ਔਰ ਉਸ ਕਰੰਟ ਦੀ ਸਟਰੈਂਥ ਨੂੰ ਕੰਟਰੋਲ ਕਰਨਾ ਔਖਾ ਹੋ ਜਾਏਗਾ। ਇਸ ਕਰਕੇ ਜਦੋਂ ਰਿਵਰਸ ਬਾਇਸ ਮੋਡ 'ਚ ਇਸ ਡਾਇਓਡ ਨੂੰ ਤੁਸੀਂ ਆਪਰੇਟ ਕਰਦੇ ਹੋ ਤੇ ਰਿਵਰਸ ਬਾਇਸ ਮੋਡ ਦੇ ਅੰਦਰ ਇਹ ਐਡਵਾਂਟੇਜ ਮਿਲ ਜਾਂਦੀ, ਜਿੰਨਾ ਕਿ ਤੁਸੀਂ ਲਾਈਟ ਦੀ ਇੰਟੈਂਸਿਟੀ ਨੂੰ ਵਧਾਉਂਦੇ ਹੋ ਓਨਾ ਕੁ ਹੀ ਫੋਟੋ ਇਲੈਕਟ੍ਰਿਕ ਕਰੰਟ ਸਾਡਾ ਇਨਕਰੀਜ਼ ਹੁੰਦਾ। ਯਾਨੀ ਰਿਵਰਸ ਬਾਇਸ ਬੈਟਰੀ ਦੀ ਵੋਲਟੇਜ, ਠੀਕ ਹੈ, ਤੇ ਉਧਰੋਂ ਮੇਰੇ ਕੋਲ ਜਿਹੜਾ ਫੋਟੋ ਇਲੈਕਟ੍ਰਿਕ ਕਰੰਟ ਆ ਇਹ ਇੱਕ ਦੂਜੇ ਨੂੰ ਕੰਟਰੋਲ ਕਰਦੇ ਆ। ਕੀ ਗੱਲ ਸਮਝ ਲੱਗੀ ਜੋ ਦੱਸਦਾ ਪਿਆ? Yes, sir. Yes, sir. ਆ ਲਾਸਟ ਦੱਸਦਾ Yes, ਪਿਆ, sir. ਆ ਰਿਟੇਨ ਇਨ ਮੈਮਰੀ ਵਾਲਾ ਪਾਰਟ ਪੜ੍ਹਿਓ, ਇੱਥੇ ਇਹ ਚੀਜ਼ਾਂ ਲਿਖੀਆਂ ਹੋਈਆਂ, ਹਰ ਚੀਜ਼ ਤੁਹਾਨੂੰ ਇੱਥੋਂ ਮਿਲ ਜਾਏਗੀ ਲਿਖੀ। ਉਹ ਕਹਿੰਦਾ ਫੋਟੋ, ਔਰ ਇਹ ਬੋਰਡ 'ਚ ਆਇਆ ਹੋਇਆ ਕੁਐਸਚਨ ਹੈ ਕਿ ਵਾਈ ਦਾ ਫੋਟੋ ਡਾਇਓਡਸ ਆਰ ਟੂ ਬੀ ਯੂਜ਼ਡ ਇਨ ਰਿਵਰਸ ਬਾਇਸ ਮੋਡ। ਤੇ ਉਹਦਾ ਰੀਜ਼ਨ ਇਹ ਹੋਏਗਾ, ਫਾਰਵਰਡ ਬਾਇਸ ਮੋਡ ਦੇ ਅੰਦਰ ਜੇ ਅਸੀਂ ਫੋਟੋ ਡਾਇਓਡ ਨੂੰ ਆਪਰੇਟ ਕਰਦੇ ਹਾਂ ਤੇ ਜਦੋਂ ਇਹਦੇ ਤੇ ਲਾਈਟ ਸਟ੍ਰਾਈਕ ਕਰਦੀ ਹੈ ਤੇ ਲਾਈਟ ਦੇ ਇੰਟੈਂਸਿਟੀ ਦੇ ਨਾਲ ਫੋਟੋ ਇਲੈਕਟ੍ਰਿਕ ਕਰੰਟ ਜਿਹੜਾ ਨਾ ਉਹ ਕੰਟਰੋਲ 'ਚ ਨਹੀਂ ਆਉਂਦਾ, ਉਹ ਹੈਵੀ ਅਮਾਉਂਟ 'ਚ ਵੱਧ ਜਾਂਦਾ। ਤੇ ਉਹਨੂੰ ਕੰਟਰੋਲਡ ਵੇ ਨਾਲ ਵਧਾਉਣ ਵਾਸਤੇ ਅਸੀਂ ਲਾਈਟ ਦੀ ਇੰਟੈਂਸਿਟੀ ਤੇ ਫੋਟੋ ਇਲੈਕਟ੍ਰਿਕ ਕਰੰਟ ਜਿਹੜਾ ਵਾ ਹਨਾ ਇਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਰਿਲੇਟ ਕਰਦੇ, ਯਾਨੀ ਕੰਟਰੋਲ ਕਰਦੇ। ਇਸ ਲਈ ਫੋਟੋ ਡਾਇਓਡ ਜਦੋਂ ਵੀ ਆਪਰੇਟ ਕੀਤਾ ਜਾਏਗਾ ਇਟ ਆਲਵੇਜ਼ ਟੂ ਬੀ ਆਪਰੇਟਡ ਇਨ ਦਾ ਕਹਿੰਦਾ ਜੀ ਰਿਵਰਸ ਬਾਇਸ ਮੋਡ। ਕਲੀਅਰ ਹੈ ਨੀ ਗੱਲ? Yes, sir. Yes, sir. ਚਲ ਇਹਦੇ ਯੂਜ਼ਸ ਤੁਸੀਂ ਪੜ੍ਹ ਲਓਗੇ ਜੀ, ਫੋਟੋ ਡਾਇਓਡ ਦਾ ਯੂਜ਼ ਕਿੱਥੇ ਆ, ਅਸੀਂ ਇਹਨੂੰ ਕਿੱਥੇ ਕਿੱਥੇ ਕਿਹੜੇ ਸਰਕਟ 'ਚ ਯੂਜ਼ ਕਰਦੇ ਹਾਂ, ਉਹ ਇੱਥੇ ਯੂਜ਼ਸ ਨਾਲ ਦਿੱਤੇ ਹੋਏ ਆ। ਹੋ ਜੂ ਇਹਨਾਂ? Yes, sir. Yes, sir. Yes, sir. Yes, sir.